ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਵੱਡੀ ਖਬਰ ਹੈ। ਬਲਜਿੰਦਰ ਸਿੰਘ ਜਿੰਦੂ ਲੁਧਿਆਣਾ ਦੇ ਵਿੱਚ ਮੋਦੀਖਾਨਾ ਚਲਾਉਂਦੇ ਨੇ। ਉਹਨਾਂ ਦੇ ਉੱਤੇ ਧਾਰਾ 295 ਏ ਲੱਗੀ। ਸ਼ਿਵ ਸੈਨਾ ਪੰਜਾਬ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ। ਲੁਧਿਆਣਾ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਬਲਜਿੰਦਰ ਸਿੰਘ ਜਿੰਦੂ ਦੀ ਇੰਟਰਮ ਬੇਲ ਹੋ ਗਈ ਹੈ। ਬਲਜਿੰਦਰ ਸਿੰਘ ਜਿੰਦੂ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਇਸ ਵੇਲੇ ਸਾਡੇ ਨਾਲ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ वकील IPS सब्बरवाल मौजूद ने जिन्हों ने इस केस की पैरवी की है। वकील साहब स्वागत है तुहाडा। सत श्री अकाल। पहला तो दसो कि केस का स्टेटस हुण की है। बलजिंदर सिंह जिंदू होरां नूं हुण जमानत मिल चुकी है जी? बिल्कुल सारा रिकॉर्ड पुलिस का वाचन तो बाद जिहड़ी हुण बाद दी कोर्ट सी, क्योंकि ये कोई केस ट्रांसफर होया सी कोर्ट चों जी, ते ट्रांसफरी कोर्ट ने हुण सारा रिकॉर्ड वाचन तो बाद कल उन्हां दी इंटरिम बेल करती है ते उन्हां नूं इन्वेस्टिगेशन ज्वाइन करने वास्ते कह दित्ता गया। जी जी जी। ਤੇ ਬਲਜਿੰਦਰ ਸਿੰਘ ਜਿੰਦੂ ਹੋਰਾਂ ਤੇ ਜਿਹੜੇ ਐਲੀਗੇਸ਼ਨ ਸਨ ਧਾਰਾ 295 ਏ ਲੱਗੀ, ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਇਹ ਮਾਮਲਾ ਸੀਗਾ ਤੇ ਇਲਜ਼ਾਮ ਲੱਗੇ। ਦੂਜੇ ਪਾਸੇ ਤੋਂ ਵੀ ਬਹੁਤ ਸਾਰੀਆਂ ਦਲੀਲਾਂ ਆਈਆਂ ਜੀ ਤੇ ਬਹੁਤ ਸਾਰੇ ਵਕੀਲਾਂ ਦੇ ਹਸਤਾਖਰ ਵੀ ਸਾਨੂੰ ਪਤਾ ਲੱਗਿਆ ਸੀਗਾ ਕਿ ਵਕਾਲਤਨਾਮੇ ਤੇ ਹੋਏ। ਉਹਦਾ ਕੀ ਕਾਰਨ ਸੀਗਾ ਉਸ ਦੇ ਪਿੱਛੇ? ਦੇਖੋ, ਜਿੱਥੇ ਤੱਕ ਮੈਂ ਸਮਝਿਆ ਇਸ ਕੇਸ ਨੂੰ ਐਵੇਂ ਅਨਨੈਸੈਸਰੀਲੀ ਬਾਹਰ ਦਾ ਮਸਲਾ ਬਣਾ ਕੇ ਸ਼ੋ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਹੈ ਨਹੀਂ ਸੀ ਜੀ। ਨਾਰਮਲੀ ਅਸੀਂ ਦੇਖਦੇ ਹਾਂ ਇਹ ਕੋਈ ਵੀ ਸਮਝ ਸਕਦਾ ਹੈ ਕਿ ਇੰਨੇ ਲਾਇਰਸ ਤੋਂ ਸਾਈਨ ਕਰਵਾਣੇ, 50 ਲੋਕਾਂ ਨੂੰ ਕੋਰਟ ਦੇ ਬਾਹਰ ਇਕੱਠੇ ਕਰਨਾ, ਨਾਅਰੇ ਲਵਾਉਣਾ, ਧਮਕੀਆਂ ਦੇਣੀਆਂ, ਇਹ ਸਿਰਫ ਟੈਕਟਿਕਸ ਸੀਗੇ। ਬੜੀ ਗਲਤ ਟੈਕਟਿਕਸ ਹੈ ਕੋਰਟ ਨੂੰ ਪ੍ਰੈਸ਼ਰਾਈਜ਼ ਕਰਨ ਦੀ। ਪਿਛਲੀ ਕੋਰਟ 'ਚ ਵੀ ਇਹ ਕੀਤਾ ਗਿਆ। ਇਸ ਕੋਰਟ 'ਚ ਮੈਂ ਦੇਖਿਆ ਵੀ ਜ਼ਿਆਦਾ ਗੈਦਰਿੰਗ ਨਹੀਂ ਹੋਈ ਜੀ, ਬਟ ਪਿਛਲੀ ਕੋਰਟਸ ਕਾਫੀ ਡੇਟਾ ਦੇ ਉੱਤੇ ਇਹ ਕੰਮ ਕੀਤੇ। ਇਹ ਕੋਰਟਸ ਜਿਹੜੀਆਂ ਨੇ ਇਹਨਾਂ ਪ੍ਰੈਸ਼ਰਸ ਨੂੰ ਕਦੀ ਵੀ ਐਕਸੀਡ ਨਹੀਂ ਕਰਦੀਆਂ। ਕੋਰਟ ਬੜੀ ਨਿਊਟਰਲੀ ਚੱਲਦੀ ਹੈ। ਬਾਰ ਕੌਂਸਲ ਦੇ ਵੱਲੋਂ ਵੀ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਪ੍ਰੈਸ਼ਰ ਆਇਆ ਕਿ ਇਹ ਕੇਸ ਨਾ ਲੜੋ ਤੁਸੀਂ? ਨਹੀਂ ਜੀ, ਬਿਲਕੁਲ ਨਹੀਂ। ਬਾਰ ਕੌਂਸਲ ਵੱਲੋਂ ਸਾਨੂੰ ਇਸ ਤਰ੍ਹਾਂ ਦੀ ਕੋਈ ਡਾਇਰੈਕਸ਼ਨ ਨਹੀਂ ਸੀ, ਨਾ ਹੀ ਹੋ ਸਕਦੀ ਹੈ, ਕਿਉਂਕਿ ਸਾਡਾ ਸੰਵਿਧਾਨ ਕਹਿੰਦਾ ਹੈ ਕਿ ਹਰ ਅਕਿਊਜ਼ ਦਾ ਰਾਈਟ ਹੈ ਆਪਣੀ ਚੋਇਸ ਦਾ ਵਕੀਲ ਕਰਨ ਦਾ। ਤੇ ਬਾਰ ਕੌਂਸਲ ਕਦੀ ਵੀ ਕਨਸਟੀਟਿਊਸ਼ਨ ਦੇ ਅਗੇਂਸਟ ਨਹੀਂ ਚੱਲਦੀ। ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿੱਦਾਂ ਇਹ ਬਾਰ ਦਾ ਮਸਲਾ, ਜਦਕਿ ਅਸੀਂ ਜੇ ਧਿਆਨ ਨਾਲ ਦੇਖੀਏ ਤੇ ਇਹਦੇ ਚ ਦੋਨਾਂ ਪਾਰਟੀਆਂ ਦੇ ਵਿੱਚੋਂ ਕੋਈ ਵੀ ਵਕੀਲ ਨਹੀਂ ਹੈ ਜੀ, ਤੇ ਇਹ ਬਾਰ ਦਾ ਮਸਲਾ ਕਿਸ ਤਰ੍ਹਾਂ ਕੀਤਾ ਜਾ ਸਕਦਾ? ਅੱਛਾ, ਇੱਕ ਇਹ ਵੀ ਪਤਾ ਲੱਗਿਆ ਸੀਗਾ ਕਿ ਜਦੋਂ ਪਹਿਲਾਂ ਸਟੇ ਹੋਈ, ਕਿ ਅਰੈਸਟ ਸਟੇ ਹੋਈ ਜਦੋਂ ਬਲਜਿੰਦਰ ਸਿੰਘ ਜਿੰਦੂ ਦੇ ਮਾਮਲੇ ਦੇ ਵਿੱਚ, ਜਿਸ ਜੱਜ ਸਾਹਿਬਾਨ ਦੇ ਵੱਲੋਂ ਅਰੈਸਟ ਸਟੇ ਲਾਈ ਗਈ ਉਹਨਾਂ ਤੇ ਵੀ ਐਲੀਗੇਸ਼ਨ ਹੋਏ? हाँ जी, ये सब तो पहला सैशन जज साहब को एलोकेट होके एक बेल गई सी। अमरपाल जज साहब ने साढ़े ते बड़े रिस्पैक्टेड जज ने जी, उन्होंने कोल गई 2-3 हेयरिंग्स दे उत्ते सानू बड़ी डिटेल सुनिया गया। डिटेल सुनने तो बाद उन्होंने अराउंड मैं तीसरी हेयरिंग च उन्होंने कहा कि रिकॉर्ड के उत्ते काफ़ी डॉक्यूमेंट्स होर इन्होंने प्लेस किए ने जी, तो वो वाचन वास्ते थोड़ा जिहा होर टाइम चाहिए। बट प्राइमा विशाय केस बनता सी कि ਇਹਦੇ ਤੇ ਅਰੈਸਟ ਦਾ ਜਿਹੜਾ ਡਰ ਨਾ ਬਣਿਆ ਰਵੇ। ਤੇ ਇਹ ਦੇਖ ਕੇ ਕੋਰਟ ਨੇ ਕਿਹਾ ਕਿ ਸਾਨੂੰ ਥੋੜਾ ਜਿਹਾ ਟਾਈਮ ਹੋਰ ਚਾਹੀਦਾ ਸਾਰੇ ਡਾਕੂਮੈਂਟਸ ਵਾਚਣ ਵਾਸਤੇ। ਮੀਨਵਾਈਲ ਅਗਲੀ ਤਰੀਕ ਤੱਕ 5 ਕੇ 6 ਦਿਨ ਦੀ ਤਰੀਕ ਸੀ, ਅਗਲੀ ਤਰੀਕ ਤੱਕ ਇਹਦੀ ਅਰੈਸਟ ਜਿਹੜੀ ਹੈ ਉਹ ਸਟੇ ਕਰ ਦਿੱਤੀ ਜਾਂਦੀ ਹੈ। ਅਗਲੀ ਤਰੀਕ ਸਵੇਰੇ ਜਦੋਂ ਫਾਈਨਲ ਆਰਡਰ ਪਾਸ ਹੋਣਾ ਸਾਨੂੰ ਵੇਟ ਕਰਨ ਵਾਸਤੇ ਕਿਹਾ ਗਿਆ ਕਿ ਸ਼ਾਮ ਤੱਕ ਆਰਡਰ ਡਿਟੇਲਡ ਆ ਜਾਏਗਾ। ਤੇ ਮੈਨੂੰ ਬੜੀ ਹੈਰਾਨਗੀ ਹੋਈ ਕਿ ਅਰਾਊਂਡ 11:30 ਪੌਣੇ 12 ਵਜੇ ਇੱਕ ਐਪਲੀਕੇਸ਼ਨ ਦੀ ਫੋਟੋਕਾਪੀ ਮੂਵ ਕਰਤੀ ਜਾਂਦੀ ਹੈ ਜੀ ਕਿ ਸਾਨੂੰ ਕੋਰਟ ਤੇ ਸ਼ੱਕ ਹੈ ਜੀ, ਸਾਨੂੰ ਪ੍ਰੈਜ਼ਾਈਡਿੰਗ ਆਫੀਸਰ ਤੇ ਡਾਊਟ ਹੈ। ਤੇ ਇਮੀਡੀਏਟਲੀ ਫਿਰ ਜੱਜ ਸਾਹਿਬ ਨੇ ਵਿਦਿਨ 10 ਮਿੰਟਸ ਬਈ ਜੇ ਮੇਰੇ ਤੇ ਤੁਹਾਨੂੰ ਇਤਬਾਰ ਹੀ ਨਹੀਂ ਹੈ ਤੇ ਇਮੀਡੀਏਟਲੀ ਉਹਨਾਂ ਨੇ ਰੈਫਰੈਂਸ ਬਣਵਾ ਕੇ ਤੇ ਆਨਰੇਬਲ ਸੈਸ਼ਨ ਜੱਜ ਸਾਹਿਬ ਕੋ ਭੇਜਤੀ ਕਿ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਇਹ ਕੇਸ ਤੇ ਕੰਮ ਨਹੀਂ ਕਰਨਾ ਚਾਹੁੰਦਾ, ਮੈਨੂੰ ਕੋਈ ਇਤਰਾਜ਼ ਨਹੀਂ, ਕਿਸੇ ਵੀ ਕੋਰਟ 'ਚ ਕੇਸ ਭੇਜਤਾ ਜਾਵੇ। ਇਹ ਬਿਲਕੁਲ ਔਨ ਰਿਕਾਰਡ ਗੱਲ ਐਪਲੀਕੇਸ਼ਨ? ਬਿਲਕੁਲ ਜੀ, ਔਨ ਰਿਕਾਰਡ ਐਪਲੀਕੇਸ਼ਨ। ਹਾਂ, तो ਇਮੀਡੀਏਟਲੀ ਰੈਫਰ ਕਰਤਾ। ਉਸ ਤੋਂ ਬਾਅਦ ਕੇਸ ਕਿੱਥੇ ਪਹੁੰਚਿਆ ਫਿਰ? ਦੇਖੋ 2 ਦਿਨ ਬਾਅਦ ਰੈਫਰੈਂਸ ਗਈ ਸੈਸ਼ਨ ਜੱਜ ਸਾਹਿਬ ਕੋ ਜੀ, ਤੇ ਸੈਸ਼ਨ ਜੱਜ ਸਾਹਿਬ ਨੇ ਬਿਲਕੁਲ ਨੈਕਸਟ ਡੇ ਹੀ ਮਤਲਬ ਕੱਲ ਉਹਨਾਂ ਨੇ ਭੇਜਤੀ ਦੂਸਰੀ ਕੋਰਟ 'ਚ, ਸ਼੍ਰੀ ਮਨੀਸ਼ ਅਰੋੜਾ ਜੀ ਦੀ ਕੋਰਟ 'ਚ ਸੁਣਵਾਈ ਵਾਸਤੇ। ਕੱਲ ਸਵੇਰੇ ਫਿਰ ਸਾਡੀ ਥਰੂ ਵੀਡੀਓ ਕਾਨਫਰੰਸਿੰਗ ਸੁਣਵਾਈ ਹੋਈ ਜੱਜ ਸਾਹਿਬ ਨਾਲ। ਡਿਟੇਲਸ ਸਾਨੂੰ ਸੁਣਿਆ ਗਿਆ ਦੋਨਾਂ ਪਾਰਟੀਜ਼ ਨੂੰ। ਪਹਿਲਾਂ ਅਸੀਂ ਆਰਗੂਮੈਂਟਸ ਕੀਤੇ, ਫਿਰ ਕੰਪਲੇਨੈਂਟ ਦੇ ਕਾਉਂਸਲ ਨੇ ਉਹਨਾਂ ਨੇ ਆਰਗੂਮੈਂਟਸ ਕੀਤੇ, ਫਿਰ ਅਸੀਂ ਰਿਬਟਲ ਦਿੱਤਾ ਜੀ। ਉਸ ਤੋਂ ਬਾਅਦ ਸਾਨੂੰ ਫਿਰ ਵੇਟ ਕਰਨ ਨੂੰ ਕਿਹਾ ਗਿਆ ਤੇ ਅਰਾਊਂਡ ਸ਼ਾਮੀ 5:15 ਵਜੇ ਕੋਰਟ ਤੇ ਖੈਰ ਕਲੋਜ਼ ਹੋ ਚੁੱਕੀ ਸੀ ਤੇ ਸਾਨੂੰ 5:30 ਵਜੇ ਔਨ ਰਿਕਾਰਡ ਦੇਖ ਕੇ ਸਟੇਟਸ ਸਾਨੂੰ ਪਤਾ ਲੱਗਿਆ ਕਿ ਇਹਦੀ ਇੰਟਰਿਮ ਬੇਲ ਕਰ ਦਿੱਤੀ ਗਈ ਹੈ। ਜੀ ਜੀ ਜੀ। ਤੇ
ਚਾਂਸਸ ਕਿੰਨੇ ਕੁ ਹੁੰਦੇ ਨੇ ਆਮ ਕਰਕੇ ਧਾਰਾ 295 ਏ ਅਧੀਨ, ਜਦੋਂ ਵੈਸੇ ਤਾਂ ਸਾਰਾ ਕੁਝ ਨਿਆਂਪਾਲਿਕਾ ਤੇ ਡਿਪੈਂਡੈਂਟ ਹੁੰਦਾ, ਪਰ ਫਿਰ ਵੀ ਡੈਟ ਇਜ਼ ਕੀ ਕਹਿੰਦੇ? ਦੇਖੋ 295 ਏ ਹੋਵੇ ਜਾਂ ਕੋਈ ਵੀ ਕੇਸ ਹੋਵੇ, ਇਹ ਜਨਰਲੀ ਕਈ ਵਾਰੀ ਦੇਖਦੇ ਹਾਂ ਅਸੀਂ ਕਿ ਕੇਸ ਨੂੰ ਧਾਰਾ ਦੇ ਨੰਬਰ ਨਾਲ ਦੇਖਿਆ ਜਾਂਦਾ ਹੈ, ਆਫੈਂਸ ਨੰਬਰ ਨਾਲ ਦੇਖਿਆ ਜਾਂਦਾ, ਜਦਕਿ ਇਹ ਹੈ ਨਹੀਂ। ਜ਼ਮਾਨਤ ਹਮੇਸ਼ਾ ਫੈਕਟਸ ਦੇ ਆਧਾਰ ਤੇ ਹੁੰਦੀ ਹੈ। ਜੀ ਜੀ। ਜੇ ਜ਼ਮਾਨਤ ਹੁੰਦੀ ਹੈ ਤਾਂ 302 ਚ ਵੀ ਹੋ ਜਾਂਦੀ ਹੈ, 307 ਚ ਵੀ ਹੁੰਦੀ ਹੈ, ਨਹੀਂ ਹੁੰਦੀ ਤਾਂ 326 ਚ ਵੀ ਨਹੀਂ ਹੁੰਦੀ। ਠੀਕ ਹੈ। ਸੋ ਇਹ ਧਾਰਾ ਦਾ ਨੰਬਰ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਫੈਕਟਸ ਬਣੀ ਹੋਈ ਹੈ ਕਿ ਧਾਰਾ 295 ਏ ਦੀ ਜ਼ਮਾਨਤ ਛੇਤੀ ਨਹੀਂ ਹੁੰਦੀ ਹੈਗੀ। ਜੀ ਹਾਂਜੀ, ਜੇ ਲੱਗੇ ਕਿ ਫੈਕਟਸ ਇੰਨੇ ਸੀਰੀਅਸ ਨੇ ਤੇ ਡਿਨਾਈ ਵੀ ਹੁੰਦੀਆਂ ਬੇਲਸ, ਬਟ ਇਸ ਕੇਸ ਦੇ ਵਿੱਚ ਦੇਖਿਆ ਗਿਆ ਕਿ FIR ਦੇ ਕੰਟੈਂਟਸ ਤੇ ਜੋ ਰਿਕਾਰਡ ਸੀ ਪੁਲਿਸ ਦਾ, ਉਹ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਕਿਸੇ ਵੀ ਸਟ੍ਰੈਚ ਆਫ ਇਮੇਜਿਨੇਸ਼ਨ ਨਾਲ ਆਫੈਂਸ ਹੀ ਨਹੀਂ ਬਣਦਾ। ਔਰ ਮੈਂ ਬੜਾ ਹੈਰਾਨ ਹੋਇਆ ਦੇਖ ਕੇ ਕਿ 67 IT ਐਕਟ ਲਗਾ ਦਿੱਤਾ ਗਿਆ, ਜਦਕਿ 67 IT ਐਕਟ ਦਾ ਇੱਕ ਵੀ ਇੰਗਰੀਡੀਐਂਟ ਜਿਹੜਾ ਹੈ ਉਹ FIR ਸੈਟੀਸਫਾਈ ਨਹੀਂ ਹੁੰਦਾ। ਇੱਥੋਂ ਪਤਾ ਲੱਗਦਾ ਕਿ ਇਨਵੈਸਟੀਗੇਟਿੰਗ ਅਫਸਰ ਨੇ ਬੜੀ ਕਾਹਲੀ 'ਚ FIR ਦਰਜ ਕੀਤੀ ਹੈ। ਤੇ ਜਿੰਨਾ ਕੁ ਡੈਲੀਬਰੇਸ਼ਨ ਇਹ ਹੁਣ ਕੀ ਕਰ ਸਕਦੇ ਆ, ਪਰ ਕਾਲ ਜਿਹੜੀ ਹੈ ਉਹ ਔਨ ਰਿਕਾਰਡ ਨਜ਼ਰ ਆ ਰਹੀ ਹੈ ਵੀ ਕਿਸੇ ਵੀ ਸਟ੍ਰੈਚ ਆਫ ਇਮੇਜਿਨੇਸ਼ਨ ਨਾਲ। ਤੁਸੀਂ ਮੈਨੂੰ ਦੱਸ ਦਿਓ ਕਿ ਇਸ ਕੇਸ ਦੇ ਵਿੱਚ 67 ਧਾਰਾ ਕਿਸ ਤਰ੍ਹਾਂ ਬਣਦੀ ਹੈ, ਤੇ ਜੇ 67 ਧਾਰਾ ਲਾਉਣ ਦੇ ਵਿੱਚ ਕਾਲ ਕੀਤੀ ਗਈ ਹੈ ਤੇ ਉਹੀ ਕਾਲ 295 ਚ ਵੀ ਦਿਖਾਈ ਗਈ ਹੈ। 67 ਧਾਰਾ ਕੀ ਕਹਿੰਦੀ ਹੈ? 67 ਧਾਰਾ ਕਹਿੰਦੀ ਹੈ ਜੇ ਕੋਈ ਅਸ਼ਲੀਲ ਮਟੀਰੀਅਲ ਜਿਹੜਾ ਹੈ ਉਹ ਅਪਲੋਡ ਕਰਦਾ ਇੰਟਰਨੈਟ ਤੇ, ਜਦਕਿ ਇਸ ਕੇਸ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਪਹਿਲਾਂ ਪ੍ਰੋਸੀਕਿਊਟਿੰਗ ਏਜੰਸੀ ਜਿਹੜੀ ਹੈ ਪੁਲਿਸ, ਉਹਨਾਂ ਵੱਲੋਂ 66 ਏ ਬੜੀ ਰੈਂਪੈਂਟਲੀ ਲਾਈ ਜਾਂਦੀ ਸੀ, ਤੇ ਜਦੋਂ 66 ਏ ਜਿਹੜੀ ਹੈ ਸੁਪਰੀਮ ਕੋਰਟ ਨੇ ਸਟ੍ਰਾਈਕ ਡਾਊਨ ਕਰਤੀ ਸ਼੍ਰੇਆ ਸਿੰਘਲ ਦੇ ਕੇਸ 'ਚ, ਤੇ ਉਹਦੀ ਐਬਸੈਂਸ ਦੇ ਵਿੱਚ ਹੁਣ 67 ਜਿਹੜੀ ਹੈ ਫਟਾਫਟ ਲਾਤੀ ਗਈ, ਜਦਕਿ 67 ਕਿਸੇ ਵੀ ਹਿਸਾਬ ਨਾਲ ਨਹੀਂ ਬਣਦੀ। ਤੇ ਹੁਣ ਬਲਜਿੰਦਰ ਸਿੰਘ ਜਿੰਦੂ ਉਹ ਇਨਵੈਸਟੀਗੇਸ਼ਨ ਜੁਆਇਨ ਕਰਨਗੇ? ਜੀ, ਉਹਨਾਂ ਨੂੰ 7 ਦਿਨ ਦਾ ਟਾਈਮ ਦਿੱਤਾ ਗਿਆ। ਠੀਕ ਹੈ, ਟੂ ਜੁਆਇਨ ਦ ਇਨਵੈਸਟੀਗੇਸ਼ਨ। ਹਾਂਜੀ। ਤੇ ਹੋਰ ਕੁਝ ਕਹਿਣਾ ਚਾਹੁੰਦੇ ਇਸ ਕੇਸ ਦੇ ਬਾਰੇ ਤੁਸੀਂ? ਦੇਖੋ, ਕਹਿਣਾ ਮੈਂ ਇਹ ਚਾਹੁੰਦਾ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਵੀ ਕਾਫੀ ਦਿਨ ਇਹਨੂੰ ਬਾਰ ਦਾ ਮਸਲਾ ਸ਼ੋਅ ਕੀਤਾ ਗਿਆ, ਮੈਨੂੰ ਬੜਾ ਦੁੱਖ ਲੱਗਿਆ ਇਹ ਦੇਖ ਕੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਸ ਪਾਰਟਿਕੂਲਰ ਬੰਦੇ ਨੂੰ ਅਸੀਂ ਕੋਰਟ 'ਚ ਰਿਪਰੈਜ਼ੈਂਟ ਨਹੀਂ ਕਰਨਾ। ਸਾਡਾ ਸੰਵਿਧਾਨ ਜਿਹੜਾ, ਸਾਡਾ ਕਾਨੂੰਨ ਜਿਹੜਾ ਹੈ ਉਹ ਇਹ ਕਹਿੰਦਾ ਹੈ, ਇੱਕ ਪਾਸੇ ਅਸੀਂ ਕਹਿੰਦੇ ਹਾਂ ਜੀ ਅਸੀਂ ਆਫਿਸਰਸ ਆਫ ਕੋਰਟ ਆ, ਇੱਕ ਆਫਿਸਰ ਕਿਸ ਤਰ੍ਹਾਂ ਡਿਨਾਈ ਕਰ ਸਕਦਾ ਜੀ ਮੈਂ ਕੰਮ ਨਹੀਂ ਕਰਨਾ? ਅਕਿਊਜ਼ ਦਾ ਰਾਈਟ ਹੈ ਟੂ ਬੀ ਰਿਪਰੈਜ਼ੈਂਟਡ ਇਨ ਦੀ ਕੋਰਟ ਬਾਈ ਦੀ ਲਾਇਰ ਆਫ ਹਿਜ਼ ਓਨ ਚੋਇਸ, ਆਪਣੀ ਚੋਇਸ ਦੇ ਵਕੀਲ ਦੇ ਥਰੂ ਰਿਪਰੈਜ਼ੈਂਟ ਹੋਣਾ ਦਾ ਰਾਈਟ ਹੈ। ਬਿਲਕੁਲ। ਬਾਈ ਚੋਇਸ ਤੁਹਾਡਾ ਨਹੀਂ ਮਨ ਕਰਦਾ, ਤੁਸੀਂ ਕਿਸੇ ਦਾ ਕੇਸ ਨਹੀਂ ਕਰਦੇ, ਉਹ ਅਨਐਥੀਕਲ ਹੈ। ਕ੍ਰਿਮੀਨਲ ਲਾਅ ਜਿੱਥੇ ਤੱਕ ਸਵਾਲ ਹੈ ਕ੍ਰਿਮੀਨਲ ਲਾਅ ਦਾ, ਕੇਸ ਰਿਫਿਊਜ਼ ਕਰਨਾ ਅਨਐਥੀਕਲ ਹੈ, ਕੇਸ ਲੈਣਾ ਅਨਐਥੀਕਲ ਕਦੀ ਨਹੀਂ ਹੁੰਦਾ। ਫਿਰ ਇਹਨੂੰ ਬਾਰ ਦਾ ਮਸਲਾ ਸ਼ੋਅ ਕੀਤਾ ਗਿਆ, ਜਦਕਿ ਬਾਰ ਨਾਲ ਇਹਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ। ਇੱਕ ਵੀ ਸੀਨੀਅਰ ਲਾਇਰ ਮੈਨੂੰ ਦੱਸ ਦਿਓ ਅੱਛੀ ਸਟੈਂਡਿੰਗ ਵਾਲਾ, ਜਿਹੜਾ ਇਸ ਪ੍ਰੋਟੈਸਟ ਦੇ ਵਿੱਚ ਕੋਰਟ ਦੇ ਬਾਹਰ ਜਿਹੜਾ ਪ੍ਰੋਟੈਸਟ ਹੋਇਆ ਕਿ ਵਕਾਲਤਨਾਮੇ 50 ਬੰਦਿਆਂ ਦਾ, ਤੁਸੀਂ ਮੈਨੂੰ ਦੱਸੋ ਜੀ ਕਿਹੜਾ ਨਾਰਮਲ ਬੰਦਾ ਜਿਹੜਾ ਉਹ ਕੋਰਟ 'ਚ ਆਪਣਾ ਕੇਸ ਕਰਾਉਣ ਲੱਗਿਆ 50 ਵਕੀਲ ਇੰਗੇਜ ਕਰਦਾ? ਇਹ ਸਾਫ਼ ਪਤਾ ਲੱਗ ਰਿਹਾ ਕੋਰਟ ਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਨਾ ਪ੍ਰੈਡੀਸੈਸਰ ਕੋਰਟ ਨੇ ਤੇ ਨਾ ਸਕਸੈਸਰ ਕੋਰਟ ਨੇ ਇਸ ਪ੍ਰੈਸ਼ਰ ਨੂੰ ਫੀਲ ਕੀਤਾ ਤੇ ਨਾ ਮੰਨਿਆ, ਔਰ ਬਿਲਕੁਲ ਨਿਊਟਰਲ ਹੋ ਕੇ ਫੈਸਲਾ ਦਿੱਤਾ ਹੈ, ਤੇ ਅਸੀਂ ਵੈਲਕਮ ਕਰਦੇ ਹਾਂ ਜੀ ਇਸ ਫੈਸਲੇ ਨੂੰ। ਦੂਸਰੀ ਗੱਲ ਇਹ ਹੈ ਕਿ ਬੀਇੰਗ ਆਫਿਸਰ ਆਫ ਦੀ ਕੋਰਟ, ਸਾਡੀ ਡਿਊਟੀ ਸਿਰਫ ਕੋਰਟ ਦੇ ਵਿੱਚ ਹੀ ਨਹੀਂ, ਸਾਡੀ ਡਿਊਟੀ ਸੋਸਾਇਟੀ ਵੱਲ ਵੀ ਹੈ ਜੀ। ਔਰ ਇਸ ਗੱਲ ਨੂੰ ਵਕੀਲਾਂ ਨੂੰ ਸਮਝਣਾ ਪਏਗਾ ਕਿ ਨਾ ਸਿਰਫ ਅਸੀਂ ਆਫਿਸਰ ਆਫ ਕੋਰਟ ਆ, ਸਾਡੀ ਡਿਊਟੀ ਬਰਾਬਰ ਦੀ ਸੋਸਾਇਟੀ ਵੱਲ ਵੀ ਬਣਦੀ ਹੈ। ਇੱਕ ਸੋਸਾਇਟੀ ਦੇ ਇੱਕ ਇਨੋਸੈਂਟ ਬੰਦੇ ਨੂੰ ਅਸੀਂ ਕਿਸ ਤਰ੍ਹਾਂ ਰਿਫਿਊਜ਼ ਕਰ ਸਕਦੇ ਕਿ ਅਸੀਂ ਤੁਹਾਨੂੰ ਸਰਵਿਸਿਜ਼ ਨਹੀਂ ਦੇਣੀਆਂ? ਬਿਲਕੁਲ। ਔਰ ਜੋ ਨੈਕਸਸ ਉਹ ਸ਼ੋਅ ਕੀਤਾ ਗਿਆ ਜੀ, ਪੁਰਾਣੀਆਂ ਕੋਈ ਪ੍ਰੋਟੈਸਟ ਹੋਏ ਜਨਵਰੀ ਦੇ ਵਿੱਚ, ਉਹਦੇ ਫੈਕਟਸ ਜਿਹੜੇ ਇਸ ਕੇਸ 'ਚ ਰਿਪਰੈਜ਼ੈਂਟ ਕੀਤੇ ਗਏ, ਤੇ ਮੇਰੀ ਸਮਝ ਤੋਂ ਇਹ ਬਾਹਰ ਹੈ ਕਿ ਉਹ ਫੈਕਟਸ ਕਿਸ ਤਰ੍ਹਾਂ ਇਹਦੇ 'ਚ। ਤੁਹਾਨੂੰ ਕਿਸੇ ਵੇਲੇ ਲੱਗਿਆ ਕਿ ਮੈਨੂੰ ਸ਼ਾਇਦ ਇਹ ਕੇਸ ਨਹੀਂ ਸੀ ਲੜਨਾ ਚਾਹੀਦਾ, ਜਾਂ ਜਿਸ ਤਰ੍ਹਾਂ ਦਾ ਪ੍ਰੈਸ਼ਰ ਤੁਹਾਡੇ ਤੇ ਬਿਲਡ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਪਿੱਛੇ ਹਟ ਜਾਣਾ ਚਾਹੀਦਾ ਸੀਗਾ? ਨਹੀਂ ਜੀ, ਨਹੀਂ, ਬਿਲਕੁਲ ਨਹੀਂ। ਨਾ ਮੈਂ ਤੇ ਨਾ ਕੋਰਟ ਨੇ ਕਿਸੇ ਵੀ ਗੱਲ ਦਾ ਪ੍ਰੈਸ਼ਰ ਫੀਲ ਕੀਤਾ ਜੀ, ਤੇ ਬਿਲਕੁਲ ਇਹ ਨਿਊਟਰਲੀ ਕੇਸ ਲੜਿਆ ਗਿਆ। ਬਣਦੀ ਸੀ ਜ਼ਮਾਨਤ, ਫੈਕਟਸ ਬੜੇ ਡਿਸਟੋਰਟਡ ਸੀ ਜੋ ਆਰਗੂ ਕੀਤੇ ਗਏ, ਪਰ ਦੂਜੀ ਧਿਰ ਨੇ ਕੋਸ਼ਿਸ਼ ਜ਼ਰੂਰ ਕੀਤੀ ਜੀ। ਬਿਲਕੁਲ, ਮਤਲਬ ਇੰਨੀ ਗੈਦਰਿੰਗ ਕਰਨੀ, ਕੋਰਟ ਦੇ ਬਾਹਰ ਹੁੱਲੜਬਾਜੀ ਕਰਨੀ, ਨਾਰੇ ਲਾਣੇ, ਧਮਕੀ ਦੇਣੀ, ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾ ਪਾਈਆਂ ਗਈਆਂ। ਈਵਨ ਮੈਨੂੰ ਇੱਕ ਅੱਧੀ ਕਾਲ ਵੀ ਆਈ ਇੱਕ ਵਾਰੀ ਲੇਟ ਨਾਈਟ ਅਨਨੋਨ ਬੰਦੇ ਦਾ
ਕਿ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ, ਤੁਸੀਂ ਇਹਦਾ ਕੇਸ। ਮੈਂ ਕਿਹਾ ਜੀ ਤੁਹਾਨੂੰ ਤਾਂ ਫੈਕਟਸ ਬਾਰੇ ਨਹੀਂ ਪਤਾ, ਤੁਸੀਂ ਮੈਨੂੰ ਕਿਸ ਤਰ੍ਹਾਂ ਕਹਿ ਰਹੇ ਹੋ ਮੈਨੂੰ ਕੇਸ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਮੇਰੇ ਤੋਂ ਜ਼ਿਆਦਾ ਐਥਿਕਸ ਮੇਰੇ ਕੋਈ ਤੀਸਰਾ ਬੰਦਾ ਨਹੀਂ ਜਾਣਦਾ। ਆਈ ਐਮ ਨਾਟ ਗਵਰਨਡ ਬਾਈ ਮੈਂ 15 20 30 35 40 ਵਕੀਲਾਂ ਨਾਲ ਮੈਂ ਗਵਰਨ ਨਹੀਂ ਹੁੰਦਾ। ਇਹ ਨਹੀਂ ਮੈਨੂੰ ਗਵਰਨ ਕਰਦੇ, ਮੈਨੂੰ ਗਵਰਨ ਕਰਦੀ ਬਾਰ ਕੌਂਸਲ। ਸਾਡੇ ਡਿਸਪਲਿਨਰੀ ਜਿਹੜੀ ਅਥਾਰਟੀ ਹੈ ਬਾਰ ਕੌਂਸਲ ਹੈ। ਮੈਂ ਕਿਹਾ ਜੀ ਮੈਨੂੰ ਕੋਰਟ ਕਵੇ ਤੁਸੀਂ ਕੇਸ ਨਾ ਕਰੋ, ਮੈਨੂੰ ਬਾਰ ਕੌਂਸਲ ਕਵੇ ਤੁਸੀਂ ਕੇਸ ਨਾ ਕਰੋ, ਤੇ ਮੈਂ ਛੱਡ ਦਿੰਦਾ। ਪਰ ਇਹ ਨਹੀਂ ਕਿ ਜਿਨ੍ਹਾਂ ਦੇ ਵੈਸਟਡ ਇੰਟਰਸਟ ਨੇ, ਮੈਂ ਓਪਨਲੀ ਕਹੂੰਗਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੇ 10 15 20 ਵਕੀਲ 30 ਵਕੀਲ ਬਾਹਰ ਖੜੇ ਸੀ, ਇਹਨਾਂ ਦੇ ਵੈਸਟਡ ਇੰਟਰਸਟ ਸੀ ਕਿ ਇਹ ਕੇਸ ਜਿਹੜਾ ਹੈ ਇਹਨੂੰ ਕੋਈ ਚੰਗਾ ਵਕੀਲ ਨਾ ਮਿਲੇ। ਪਰ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਵਕੀਲਾਂ ਦੀ ਆਪਸੀ ਭਾਈਚਾਰਾ ਵੀ ਹੁੰਦਾ ਹੈ, ਉਹਦੇ ਨਾਲ ਇਹ ਖਰਾਬ ਹੋਇਆ ਇਸ ਦੇ ਨਾਲ ਜਦੋਂ ਤੁਸੀਂ ਨਹੀਂ, ਬਿਲਕੁਲ ਨਹੀਂ ਜੀ। ਭਾਈਚਾਰਾ ਦੇਖੋ, ਜੇ ਕੋਈ ਅਨਐਥੀਕਲ ਗੱਲ ਕਰਦਾ, ਮੈਨੂੰ ਮੇਰੇ ਐਥਿਕਸ ਤੋਂ, ਮੈਨੂੰ ਮੇਰੇ ਅਸੂਲਾਂ ਤੋਂ ਡਿੱਗਣ ਦੀ ਗੱਲ ਸਿਖਾਉਂਦਾ, ਤੇ ਸ਼ਾਇਦ ਮੈਨੂੰ ਉਹਦੇ ਨਾਲ ਭਾਈਚਾਰਾ ਰੱਖਣ ਦੀ ਕੋਈ ਗਰੇਜ ਵੀ ਨਹੀਂ ਹੈ ਮੈਨੂੰ, ਨਾ ਹੀ ਮੈਨੂੰ ਕੋਈ ਇੰਟਰਸਟ ਉਹਦੇ ਨਾਲ ਭਾਈਚਾਰਾ ਰੱਖਣ 'ਚ। ਮੇਰਾ ਭਾਈਚਾਰਾ ਬੜੇ ਅੱਛੇ ਸੀਨੀਅਰ ਵਕੀਲਾਂ ਨਾਲ ਹੈ, ਮੇਰਾ ਭਾਈਚਾਰਾ ਹਾਈ ਕੋਰਟ ਦੇ ਲਾਇਰਸ ਨਾਲ ਹੈ, ਮੇਰਾ ਭਾਈਚਾਰਾ ਸੁਪਰੀਮ ਕੋਰਟ ਲਾਇਰਸ ਨਾਲ ਹੈ। ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ। ਠੀਕ ਹੈ। ਮੈਨੂੰ ਤੁਸੀਂ ਇੱਕ ਸੀਨੀਅਰ ਲਾਇਰ ਦਾ ਲੁਧਿਆਣੇ 'ਚ ਨਾਮ ਦੱਸੋ ਜਿਨ੍ਹਾਂ ਨੇ ਕਿਹਾ ਹੋਵੇ ਵੀ ਇਹ ਕੇਸ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣੇ ਸੀਨੀਅਰਸ ਜਿਹੜੇ ਤੁਹਾਡੇ ਵੀ ਉਹਨਾਂ ਨਾਲ ਸਲਾਹ ਮਸ਼ਵਰਾ ਇਸ ਸੰਬੰਧੀ ਕੀਤਾ ਹੋਣਾ ਸ਼ਾਇਦ। ਅਸੀਂ ਬਿਲਕੁਲ ਬੜਿਆਂ ਨਾਲ ਡਿਸਕਸ ਕੀਤਾ, ਮੈਂ ਦੱਸਿਆ ਉਹਨਾਂ ਨੂੰ, ਇਹ ਤੇ ਮੈਨੂੰ ਸ਼ੋਰ ਸੀ ਕਿ ਮੈਂ ਐਥੀਕਲੀ ਬਿਲਕੁਲ ਠੀਕ ਚੱਲ ਰਿਹਾ। ਬਟ ਅਸੀਂ ਕਈ ਵਾਰ ਡਿਸਕਸ ਕਰਦੇ ਸੀ ਕਿ ਇਸ ਤਰ੍ਹਾਂ ਹੋ ਰਿਹਾ ਹੈ, ਇਸ ਤਰ੍ਹਾਂ 10 15 20 ਵਕੀਲ ਪ੍ਰੈਸ਼ਰਾਈਜ਼ ਕਰ ਰਹੇ, ਤੁਸੀਂ ਕਿਉਂ ਕੇਸ ਲਿਆ, ਤੁਸੀਂ ਆਹ ਕਿਉਂ ਕੀਤਾ। ਫਿਰ ਇਹਨੂੰ ਕਮਿਊਨਲ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜੀ ਦੇਖੋ, ਅਸੀਂ ਫੈਕਟਸ ਰੱਖਣੇ ਸਿਰਫ ਕੋਰਟ ਦੇ ਅੱਗੇ, ਤੇ ਲਾਅ ਦੱਸਣਾ ਕੋਰਟ ਨੂੰ, ਫੈਸਲਾ ਫਿਰ ਕੋਰਟ ਨਹੀਂ ਦੇਣਾ। ਜੀ 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 ਅਸੀਂ ਕੋਈ ਨਹੀਂ ਹੈ ਕੋਰਟ ਦਾ ਫੈਸਲਾ ਲਿਖਾਉਣਾ। ਕੁਝ ਦਲੀਲਾਂ ਦੱਸ ਸਕਦੇ ਹੋ ਜਿਹੜੀਆਂ ਉਸ ਵੇਲੇ ਦਿੱਤੀਆਂ ਗਈਆਂ ਕੇਸ ਦੇ ਵਿੱਚ, ਕਿਉਂਕਿ ਭਗਵਾਨ ਸ਼੍ਰੀ ਰਾਮ ਜੀ, ਹਨੂਮਾਨ ਜੀ, ਮਾਤਾ ਸੀਤਾ ਜੀ ਨਾਲ ਇੱਕ ਜੁੜਿਆ ਹੋਇਆ ਧਾਰਮਿਕ ਮਾਮਲਾ ਸੀਗਾ, ਤੇ ਇਲਜ਼ਾਮ ਇਹੀ ਸੀਗੇ ਕਿ ਸ਼ਾਇਦ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਨੇ। ਦੇਖੋ, ਇਹੀ ਮਿਸਰਿਪਰੈਜ਼ੈਂਟੇਸ਼ਨ ਹੋਈ ਹੈ, ਜਿੱਦਾਂ ਤੁਸੀਂ ਕਹਿ ਰਹੇ ਹੋ। ਇਸ ਤਰ੍ਹਾਂ ਹੀ ਕੋਰਟ 'ਚ ਮਿਸਰਿਪਰੈਜ਼ੈਂਟ ਕੀਤਾ ਗਿਆ ਹੈ ਕਿ ਭਗਵਾਨ ਰਾਮ, ਮਾਤਾ ਸੀਤਾ ਤੇ ਹਨੂਮਾਨ ਜੀ ਬਾਰੇ ਮਾੜਾ ਚੰਗਾ ਕਿਹਾ ਗਿਆ ਜੀ। ਔਰ 295 ਵੀ ਇਹੀ ਕਹਿੰਦੀ ਹੈ ਕਿ ਤੁਹਾਡੀ ਡਾਇਰੈਕਟ ਇਨਸਲਟ ਜਿਹੜੀ ਹੈ ਕਿਸੇ ਰਿਲੀਜਨ ਨੂੰ ਹੋਣੀ ਚਾਹੀਦੀ ਹੈ, ਜੋ ਇਸ ਵੀਡੀਓ 'ਚ ਹੈ ਹੀ ਨਹੀਂ ਸੀ। ਤੁਸੀਂ ਵੀਡੀਓ ਚਲਾ ਕੇ ਦੇਖੋ, ਜੇ ਭਗਵਾਨ ਰਾਮ ਨੂੰ ਸ਼੍ਰੀ ਨਾ ਕਹਿ ਕੇ ਤੇ ਮਰਿਆਦਾ ਪੁਰਸ਼ੋਤਮ ਕਹਿ ਕੇ ਐਡਰੈਸ ਕਰਤਾ, ਤੇ ਮੈਨੂੰ ਕੋਈ ਇੱਕ ਪ੍ਰੂਡੈਂਟ ਮੈਨ, ਕੋਈ ਆਮ ਸਧਾਰਨ ਵਿਅਕਤੀ ਆ ਕੇ ਦੱਸ ਦੇਵੇ ਕਿ ਇਹ ਕਿਸ ਤਰ੍ਹਾਂ ਇਨਸਲਟ ਬਣਦੀ ਹੈ। ਸਾਰੀ ਦੁਨੀਆ ਉਹਨਾਂ ਨੂੰ ਮਰਿਆਦਾ ਪੁਰਸ਼ੋਤਮ ਕਹਿ ਕੇ ਮੰਨਦੀ ਹੈ। ਈਵਨ ਮੈਂ ਹੈਰਾਨ ਹੋਇਆ ਜੀ, ਕੋਰਟ ਦੇ ਵਿੱਚ ਇਹ ਵੀ ਆਰਗੂਮੈਂਟ ਦਿੱਤੇ ਗਏ ਕਿ ਜੇ ਇਸ ਇਨਸਾਨ ਨੇ ਐਗਜ਼ਾਮਪਲ ਦੇਣੀ ਸੀ ਤੇ ਆਪਣੇ ਸਿੱਖ ਗੁਰੂਆਂ ਬਾਰੇ ਦਿੰਦਾ, ਜਿਹਦੇ ਤੇ ਕੋਰਟ ਨੇ ਰੈਪਰੀਮੈਂਡ ਕੀਤਾ, ਗੁੱਸਾ ਕੀਤਾ ਕਿ ਤੁਹਾਨੂੰ ਇਹ ਆਰਗੂਮੈਂਟ ਕਰਨਾ ਸ਼ੋਭਾ ਨਹੀਂ ਦਿੰਦਾ। ਤੇ ਸਾਡੀ ਆਰਗੂਮੈਂਟ ਨਹੀਂ ਸੀਗੀ ਇਹ, ਇਹਨੂੰ ਕਮਿਊਨਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਿਲਕੁਲ ਕਮਿਊਨਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦ ਕਿ ਹਿੰਦੂ ਸਿੱਖ ਭਾਈਚਾਰੇ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ। ਇਹਦੇ 'ਚ ਕੁਝ ਇਨਸਲਟਿੰਗ ਗੱਲ ਨਹੀਂ ਹੈ। ਮੈਂ ਤੁਹਾਨੂੰ ਫੇਰ ਕਹਿ ਰਿਹਾ, ਇਹ FIR ਜਿਹੜੀ ਹੈ ਵੈਸਟਡ ਇੰਟਰਸਟ ਕਰਕੇ ਫਾਈਲ ਕੀਤੀ ਗਈ ਹੈ, ਤੇ ਇਨ ਦੀ ਨੀਅਰ ਫਿਊਚਰ ਅਸੀਂ ਇਹਦੀ ਕੁਐਸ਼ਨਿੰਗ ਵਾਸਤੇ ਵੀ ਜਾਵਾਂਗੇ ਹਾਈ ਕੋਰਟ। ਬਹੁਤ ਧੰਨਵਾਦ IPS ਅਬਰਵਾਲ ਸਾਹਿਬ, ਐਡਵੋਕੇਟ ਸਾਹਿਬ, ਜਿਨ੍ਹਾਂ ਨੇ ਇਹ ਕੇਸ ਦੀ ਪੈਰਵਾਈ ਕੀਤੀ, ਕੇਸ ਲੜਿਆ, ਤੇ ਹੁਣ ਬਲਜਿੰਦਰ ਸਿੰਘ ਜੰਦੂ ਹੋਰਾਂ ਨੂੰ ਇੰਟਰਮ ਜ਼ਮਾਨਤ ਜਿਹੜੀ ਹੈ, ਇੰਟਰਮ ਬੇਲ ਉਹ ਮਿਲ ਚੁੱਕੀ ਹੈ, ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਵੀ ਉਹਨਾਂ ਨੂੰ ਕਿਹਾ ਗਿਆ ਹੈ। ਪਰ ਇਸ ਨੂੰ ਜਿਹੜੀ ਰੰਗਤ ਦਿੱਤੀ ਗਈ ਸੀਗੀ ਉਹ ਜ਼ਰੂਰ ਕਮਿਊਨਲ ਦਿੱਤੀ ਗਈ ਸੀਗੀ, ਪਰ ਅਜਿਹਾ ਨਹੀਂ ਹੈ ਜਿਸ ਢੰਗ ਦੇ ਨਾਲ ਇਹ ਕੇਸ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ। ਤੇ ਫਿਲਹਾਲ ਕੈਮਰਾਮੈਨ ਪਰਵਿੰਦਰ ਦੇ ਨਾਲ ਰਣਬੀਰ ਸਿੰਘ ਰਾਣਾ।